ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਇਮੀਗ੍ਰੇਸ਼ਨ ਅਪਡੇਟਸ। ਇਹਦੇ ਜਿੱਥੇ ਆਪਾਂ ਇਮੀਗ੍ਰੇਸ਼ਨ ਦੀਆਂ ਨਵੀਆਂ ਖਬਰਾਂ ਦੀ ਜਾਣਕਾਰੀ ਦਿੰਦੇ ਹਾਂ, ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਕਈ ਅਹਿਮ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਉਹ ਸਾਂਝੀਆਂ ਕਰਨੀਆਂ ਨੇ। ਸਾਰਿਆਂ ਤੋਂ ਪਹਿਲਾਂ ਤਾਂ ਵਰਕ ਪਰਮਿਟ ਬਾਰੇ ਜਾਣਕਾਰੀ ਆ। USCIS increases automatic extension period of work permits for certain applicants। ਇਹ ਮਈ 3 ਦੀ ਖਬਰ ਹੈ। ਇਹਦੇ ਵਿੱਚ USCIS ਨੇ ਇਮੀਗ੍ਰੇਸ਼ਨ ਸਰਵਿਸ ਨੇ ਅਨਾਊਂਸ ਕੀਤਾ ਕਿ ਜਿਨ੍ਹਾਂ ਦੇ ਵਰਕ ਪਰਮਿਟ ਅਪਲਾਈ ਹੋਏ ਨੇ ਜਾਂ ਉਹਨਾਂ ਨੇ ਨਵੇਂ ਕਰਨੇ ਨੇ, ਉਹਨਾਂ ਨੂੰ 540 ਦਿਨ ਤੱਕ ਦਾ ਐਕਸਟੈਂਸ਼ਨ ਜਿਹੜੀ ਆ ਉਹ ਮਿਲੇਗੀ। ਜਿਵੇਂ ਹੁਣ ਜਿਹੜੀ ਐਕਸਟੈਂਸ਼ਨ ਆ ਉਹ 6 ਮਹੀਨੇ ਦੀ ਹੁੰਦੀ ਹੈ। ਜਦੋਂ ਆਪਾਂ ਵਰਕ ਪਰਮਿਟ ਕੋਈ ਰਿਨਿਊ ਕਰਾਉਂਦਾ ਉਹਨੂੰ 6 ਮਹੀਨੇ ਦੀ ਹੁੰਦੀ ਆ, ਉਹਨੂੰ ਵਧਾ ਕੇ 540 ਦਿਨ ਕਰ ਦਿੱਤਾ ਗਿਆ। ਸੋ ਦਿਸ ਇਨਕਰੀਜ਼ ਵਿਲ ਬੀ ਇਫੈਕਟਿਵ ਇਮੀਡੀਏਟਲੀ ਔਨ ਮਈ 4 ਮਈ 4 ਤੋਂ ਇਹ ਲਾਗੂ ਹੋ ਗਈ ਆ ਐਂਡ ਵਿਲ ਹੈਲਪ ਅਵੋਇਡ ਗੈਪਸ ਇਨ ਇੰਪਲੋਇਮੈਂਟ ਫॉर ਨੌਨ ਸਿਟੀਜ਼ਨਸ ਵਿਦ ਪੈਂਡਿੰਗ EAD ਰਿਨਿਊਅਲ ਐਪਲੀਕੇਸ਼ਨਸ। ਤੇ ਇਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੀਆਂ ਕੈਟੇਗਰੀਆਂ ਐਲੀਜੀਬਲ ਨੇ ਉਹੀ ਹੋਣਗੀਆਂ ਜਿਨ੍ਹਾਂ ਨੂੰ 180 ਦਿਨ ਦੀ ਐਕਸਟੈਂਸ਼ਨ ਮਿਲਦੀ ਆ। ਇਹ ਖਾਸ ਕਰਕੇ ਅਸਾਈਲਮ ਦੀ ਜਿਹੜੀ CO8 ਕੈਟੇਗਰੀ ਆ ਜਾਂ AO5 ਆ ਉਹ ਜ਼ਿਆਦਾ ਇਹ 'ਚ ਹੈਗੀਆਂ, ਕਿਉਂਕਿ ਪੋਲੀਟੀਕਲ ਅਸਾਈਲਮ ਦਾ ਜਦੋਂ ਆਪਾਂ ਰਿਨਿਊ ਕਰਾਉਂਦੇ ਆ ਵਰਕ ਪਰਮਿਟ ਤੋਂ 180 ਦਿਨ ਦੀ ਆਪਾਂ ਨੂੰ ਐਕਸਟੈਂਸ਼ਨ ਮਿਲਦੀ ਆ, ਉਹ ਵਧਾ ਕੇ ਹੁਣ 540 ਦਿਨ ਕਰ ਦਿੱਤੀ ਗਈ ਆ। ਇਹਦੇ ਨਾਲ ਨਾਲ ਇਹ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਇਹਦੇ 'ਚ ਫਾਸਟ ਵੀ ਕਰਾਂਗੇ ਵਰਕ ਪਰਮਿਟ। ਉਹ ਹੁਣ ਜੂਨ ਤੋਂ ਸ਼ੁਰੂ ਹੋਣਾ ਤੇ ਉਹਦੇ ਵਿੱਚ ਇਹ ਹੈਗਾ ਕਿ ਪ੍ਰੀਮੀਅਮ ਪ੍ਰੋਸੈਸਿੰਗ ਦੇ ਅੰਡਰ ਤੁਸੀਂ ਜੇ $1500 ਐਕਸਟਰਾ ਦਿਓਗੇ ਪਲੱਸ ਜਿਹੜੀ ਫੀਸ ਹੈ $410 ਤਾਂ 45 ਦਿਨ 'ਚ ਵਰਕ ਪਰਮਿਟ ਆਏਗਾ। ਉਹ ਇੱਕ ਸੈਪਰੇਟ ਹੈ ਜਿਹੜਾ ਉਹ ਪਹਿਲਾਂ ਅਨਾਊਂਸ ਕਰ ਚੁੱਕੇ ਆ ਜੂਨ ਤੋਂ ਹੋਣਾ, ਪਰ ਹੁਣ ਜਿਹੜੀ ਆ ਕਰੰਟ ਜਿਹੜੀ ਅਨਾਊਂਸਮੈਂਟ ਹੋਈ ਆ ਇਹ ਮਈ 3 ਨੂੰ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਵਰਕ ਪਰਮਿਟ ਅਪਲਾਈ ਕੀਤੇ ਨੇ ਰਿਨਿਊਅਲ ਲਈ ਜਾਂ ਕਰਨੇ ਆ ਹੁਣ ਤੇ ਜਾਂ ਪਹਿਲਾਂ ਕੀਤੇ ਹੋਏ ਆ ਉਹ ਵੀ ਕਵਰ ਨੇ, ਜਿਨ੍ਹਾਂ ਕੋਲ 6-6 ਮਹੀਨੇ ਦੀ ਲੈਟਰ ਆਈ ਹੈ ਅਜੇ ਤੱਕ ਵਰਕ ਪਰਮਿਟ ਨਹੀਂ ਆਇਆ, ਉਹਨਾਂ 'ਤੇ ਵੀ ਇਹ ਲਾਗੂ ਹੁੰਦਾ। 540 ਦਿਨ ਉਹਨਾਂ ਨੂੰ ਦਿੱਤੇ ਜਾਣਗੇ 180 ਦਿਨ ਦੀ ਬਜਾਏ। ਸੋ ਤਕਰੀਬਨ 1.5 ਸਾਲ ਦਾ ਜਿਹੜਾ ਪੀਰੀਅਡ ਮਿਲੇਗਾ ਤਾਂ ਕਿ ਉਹਦੇ ਵਿੱਚ ਉਹਨਾਂ ਦਾ ਇਹ ਨਹੀਂ ਸਮਝਿਆ ਜਾਏਗਾ ਕਿ ਐਕਸਪਾਇਰ ਹੋ ਗਿਆ ਵਰਕ ਪਰਮਿਟ। ਉਹਦੇ ਨਾਲ ਕਈਆਂ ਦੇ ਲਾਇਸੈਂਸ ਐਕਸਪਾਇਰ ਹੋ ਜਾਂਦੇ ਆ, ਕਈਆਂ ਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ। ਇਹ ਮਸਲਾ ਜਿਹੜਾ ਹੈਗਾ ਉਹਨਾਂ ਨੇ ਹੱਲ ਕੀਤਾ ਆ। ਸੋ ਇਹ ਬੜੀ ਇੰਪੋਰਟੈਂਟ ਖਬਰ ਆ, ਖਾਸ ਕਰਕੇ ਉਹਨਾਂ ਲਈ ਜਿਹੜੇ ਬੰਦਿਆਂ ਦੇ ਵਰਕ ਪਰਮਿਟ ਐਕਸਪਾਇਰ ਹੋ ਜਾਂਦੇ ਸੀ ਤੇ ਉਦੋਂ ਬਾਅਦ ਐਕਸਟੈਂਸ਼ਨ ਵੀ ਖਤਮ ਹੋ ਜਾਂਦੀ ਸੀ, ਉਹ ਕੀ ਕਰਨ। ਤੇ ਹੁਣ 1.5 ਸਾਲ ਦੀ ਐਕਸਟੈਂਸ਼ਨ ਮਿਲੇਗੀ ਤੇ ਇਹਦੇ ਬਾਰੇ ਇਹ ਬਹੁਤ ਹੀ ਕਿਉਂਕਿ ਇੰਪੋਰਟੈਂਟ ਖਬਰ ਆ ਤੇ ਇਹਦੇ 'ਚ ਜਿਹੜਾ ਕਾਫੀ ਯੋਗਦਾਨ ਪਾਇਆ, ਕੇਸ ਕੀਤਾ ਸੀ ASAP ਨੇ, ਉਹਨੇ ਵੀ ਉਹਦੇ ਨਾਲ ਹੋਰਾਂ ਏਲਾ ਨੇ ਵੀ ਬਹੁਤ ਮਦਦ ਕੀਤੀ। ਤੇ ਅਸੀਂ ਵੀ ਆਪਣੇ ਲੈਵਲ 'ਤੇ ਕਈ ਸੈਨੇਟਰਾਂ ਨੂੰ ਮਿਲੇ ਜਾ ਕੇ। ਪਿਛਲੇ 2 ਵੀਕ ਪਹਿਲਾਂ ਵੀ ਜਾ ਕੇ ਮਿਲ ਕੇ ਆਏ। ਸਾਡੀ ਮੀਟਿੰਗ ਪੌਲ ਮਨੈਂਡਸ ਨਾਲ ਹੋਈ, ਕੋਰੀ ਬੁੱਕਰ ਨਾਲ ਹੋਈ, ਐਲੈਕਸ ਪਡੀਏ ਨਾਲ ਹੋਈ, ਜਿਹੜੇ ਕਿ ਇਸ ਇਮੀਗ੍ਰੇਸ਼ਨ ਵਾਲੇ ਕੰਮ 'ਚ ਇਨਵੋਲਵ ਨੇ। ਉਹਨਾਂ ਨੇ ਵੀ ਕਿਹਾ ਵੀ ਇਹ ਹੋਣਾ ਚਾਹੀਦਾ ਤੇ ਇਹ ਰਲ ਮਿਲ ਕੇ ਸਾਰਿਆਂ ਦੀ ਐਫਰਟ ਦੇ ਨਾਲ ਹੋ ਗਿਆ ਤੇ ਬਹੁਤ ਹੀ ਇਹ ਚੰਗੀ ਖਬਰ ਹੈਗੀ ਆ ਉਹਨਾਂ ਬੰਦਿਆਂ ਲਈ ਜਿਨ੍ਹਾਂ ਨੇ ਵਰਕ ਪਰਮਿਟ ਰਿਨਿਊ ਕਰਨ ਵਾਸਤੇ ਅਪਲਾਈ ਕੀਤਾ। ਉਹਨਾਂ ਨੂੰ ਹੁਣ 6 ਮਹੀਨੇ ਦੀ ਬਜਾਏ 540 ਦਿਨ ਦੀ ਐਕਸਟੈਂਸ਼ਨ ਮਿਲੇਗੀ। ਅਗਲੀ ਜਿਹੜੀ ਖਬਰ ਆ ਉਹ ਇਹ ਹੈਗੀ ਆ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਟਾਈਟਲ 42 ਨੂੰ ਖਤਮ ਕਰਨ ਲੱਗੀ ਸੀ, ਉਹਨੂੰ ਇੱਕ ਕੋਰਟ ਨੇ ਜਿਹੜਾ ਸਟੇ ਕਰ ਦਿੱਤਾ। ਹੁਣ ਉਹ ਖਤਮ ਨਹੀਂ ਹੋਏਗਾ। A federal court in Louisiana issued an order on Wednesday temporarily preventing the Biden administration from winding down Title 42। ਸੋ ਸਰਕਾਰ ਨੇ ਕਿਹਾ ਸੀਗਾ ਵੀ ਟਾਈਟਲ 42 ਨੂੰ ਅਸੀਂ ਮਈ 'ਚ ਖਤਮ ਕਰ ਦਾਂਗੇ। ਉਹਦਾ ਮਤਲਬ ਹੈ ਵੀ ਹੈਲਥ ਗਰਾਊਂਡ ਦੇ ਉੱਤੇ ਜਿਵੇਂ ਕਈ ਲੋਕਾਂ ਨੂੰ ਇੱਥੇ ਐਂਟਰੀ ਨਹੀਂ ਸੀ ਮਿਲਦੀ ਤੇ ਉਹ ਐਂਟਰੀ ਜਿਹੜੀ ਹੈਗੀ ਆ ਉਹ ਹੁਣ ਮਿਲੇਗੀ। ਲੇਕਿਨ ਉਹ ਹੁਣ ਇੱਕ ਲੂਜ਼ੀਆਨਾ ਦੀ ਡਿਸਟ੍ਰਿਕਟ ਕੋਰਟ ਜਿਹੜੀ ਆ ਉਹਨੂੰ ਸਟੇ ਕਰ ਦਿੱਤਾ। ਉਹਨੇ ਕਿਹਾ ਵੀ ਨਹੀਂ, ਅਜੇ ਤੁਸੀਂ ਇਹਨੂੰ ਖਤਮ ਨਹੀਂ ਕਰ ਸਕਦੇ। ਤੇ ਇਹ ਜਿਹੜਾ ਲਾਅ ਸੂਟ ਹੈਗਾ ਇਹ 21 ਰਿਪਬਲਿਕਨ ਲੈਡ ਸਟੇਟਾਂ ਵੱਲੋਂ ਫਾਈਲ ਕੀਤਾ ਗਿਆ, ਜਿਨ੍ਹਾਂ ਵਿੱਚ ਐਰੀਜ਼ੋਨਾ, ਲੂਜ਼ੀਆਨਾ, ਮਜ਼ੂਰੀ ਸੀ। ਤੇ ਸਟੇਟਸ ਨੇ ਅਲੈਜ ਕੀਤਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੇ ਪ੍ਰੋਪਰ ਰੈਗੂਲੇਟਰੀ ਜਿਹੜੇ ਪ੍ਰੋਸੀਜਰ ਫੋਲੋ ਨਹੀਂ ਕਰ ਰਹੀ ਇਹਨੂੰ ਖਤਮ ਕਰਨ ਵਾਸਤੇ। ਤੇ ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜਾ ਟਾਈਟਲ 42 ਹੈ ਇਹ ਮਾਰਚ 2020 ਦਾ ਲੱਗਿਆ ਹੋਇਆ, ਪੁਰਾਣੀ ਸਰਕਾਰ ਨੇ ਲਾਇਆ ਸੀ ਹੈਲਥ ਗਰਾਊਂਡਸ ਦੇ ਉੱਤੇ। ਤੇ ਇਹ ਹੁਣ ਸਟਿਲ ਇਹਦੇ 'ਤੇ ਅਜੇ ਵੀ ਰੋਕ ਲੱਗਣੀ ਚਾਹੀਦੀ ਆ। ਕੋਰਟ ਨੇ ਸਟੇ ਦੇ ਦਿੱਤੀ ਆ ਪਰ ਕੇਸ ਅਜੇ ਪੈਂਡਿੰਗ ਆ। ਹੁਣ ਦੇਖੋ ਅੱਗੇ ਹੁਣ ਕੀ ਇਹਦੇ ਵਿੱਚ ਹੁੰਦਾ ਆ। ਤੇ ਜਿਹੜੇ ਡਿਸਟ੍ਰਿਕਟ ਜੱਜ ਨੇ ਆਰਡਰ ਕੀਤਾ ਉਹਨਾਂ ਦਾ ਨਾਂ ਹੈਗਾ ਜੱਜ ਰੋਬਰਟ ਆਰ ਸਮਰਹੇਜ਼ ਤੇ ਇਹਨਾਂ ਨੇ ਇਹ ਆਰਡਰ ਜਿਹੜਾ ਹੈਗਾ ਉਹ ਸਟੇ ਕਰਨ ਦਾ ਦੇ ਦਿੱਤਾ। ਅਗਲੀ ਖਬਰ ਜਿਹੜੀ ਆ ਉਹ ਹੈਗੀ ਆ ਜੀ ਕਿ ਇੰਪੋਰਟੈਂਟ ਖਬਰ ਕਿ ਸੁਪਰੀਮ ਕੋਰਟ ਨੇ ਓਰਲ ਆਰਗੂਮੈਂਟਸ ਹੀਅਰ ਕੀਤੇ ਨੇ ਰਮੇਨ ਇਨ ਮੈਕਸੀਕੋ ਕੇਸ ਦੇ, ਕਿਉਂਕਿ ਜਿਹੜੀ ਪਾਲਿਸੀ ਹੈਗੀ ਆ ਰਮੇਨ ਇਨ ਮੈਕਸੀਕੋ ਦੀ ਵੀ ਉੱਥੇ ਰਹਿ ਕੇ ਕੇਸ ਲੜੇ ਜਾਣ।
ਤੇ ਉਹਦੇ ਬਾਰੇ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਹੋਇਆ। ਸੁਪਰੀਮ ਕੋਰਟ ਜਿਹੜੀ ਅਮਰੀਕਾ ਦੀ ਆ, ਉਹਨਾਂ ਨੇ ਓਰਲ ਆਰਗੂਮੈਂਟ ਹੀਅਰ ਕਰ ਲਏ ਨੇ, ਤੇ ਉਹ ਹੁਣ ਇਹ 'ਤੇ ਫੈਸਲਾ ਕਰਨਗੇ ਕਿ ਕੀ ਜਿਹੜੀ ਸਰਕਾਰ ਹੈਗੀ ਆ ਇਹਨੂੰ ਐਂਡ ਕਰ ਸਕਦੀ ਹੈ ਕਿ ਨਹੀਂ, ਕਿਉਂਕਿ ਸਰਕਾਰ ਜਿਹੜੀ ਹੈ ਇਹਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਪਾਲਿਸੀ ਨੂੰ, ਪਰ ਕਈ ਜਿਹੜੀਆਂ ਸਟੇਟਾਂ ਨੇ, ਖਾਸ ਕਰਕੇ ਰਿਪਬਲਿਕਨ ਲੈਡ ਸਟੇਟਾਂ, ਉਹ ਚਾਹੁੰਦੀਆਂ ਵੀ ਨਾ ਖਤਮ ਕੀਤੀ ਜਾਵੇ, ਜਿਨ੍ਹਾਂ ਵਿੱਚ ਟੈਕਸਸ ਮੋਹਰੀ ਆ। ਤੇ ਉਹ ਜਿਹੜੀ ਹੁਣ ਕੋਰਟ, ਸੁਪਰੀਮ ਕੋਰਟ ਡਿਸਾਈਡ ਕਰੇਗੀ। ਉਹਦੇ ਕੋਲੇ ਕੇਸ ਇਹ ਚਲਿਆ ਗਿਆ, ਤੇ ਇਸ ਕਰਕੇ ਦੂਜੇ ਪਾਸੇ ਜਿਹੜਾ ਹੈਗਾ ਟੈਕਸਸ ਦੇ ਜਿਹੜੇ ਹੈਗੇ ਆ ਸੋਲੀਸਿਟਰ ਜਨਰਲ ਜੱਜ ਸਟੋਨ, ਉਹਨਾਂ ਨੇ ਜਿਹੜਾ ਹੈਗਾ ਉਹ ਕੇਸ ਲੜਿਆ ਉੱਧਰੋਂ ਟੈਕਸਸ ਸਟੇਟ ਵੱਲੋਂ, ਤੇ ਉਹ ਇਹ ਚਾਹੁੰਦੇ ਆ ਵੀ ਇਹ ਪਾਲਿਸੀ ਜਿਹੜੀ ਆ ਬਰਕਰਾਰ ਰਹੇ। ਪਰ ਹੁਣ ਇਹ ਆ ਕਿ ਇਹ ਦੇਖਣਾ ਕਿ ਇਹ ਸੁਪਰੀਮ ਕੋਰਟ 'ਤੇ ਕੀ ਫੈਸਲਾ ਕਰਦੀ ਆ, ਇਹ ਵੀ ਡਿਸੀਜਨ ਹੁਣ ਜਲਦੀ ਆਏਗਾ। ਇਹ ਤੋਂ ਇਲਾਵਾ ਜਿਹੜਾ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਜੀ ਪੀਡੀ ਬਾਰੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੇ ਸੈਕਟਰੀ ਨੇ, ਉਹਨਾਂ ਨੇ ਗਾਈਡਲਾਈਨ ਜਾਰੀ ਕੀਤੀ ਹੈਗੀ ਅਪ੍ਰੈਲ 3, 2022 ਨੂੰ, ਕਿ ਜਿਹੜੀ ਪੀਡੀ ਹੈਗੀ ਆ ਉਹ ਦਿੱਤੀ ਜਾਵੇ ਵੱਧ ਤੋਂ ਵੱਧ ਬੰਦਿਆਂ ਨੂੰ, ਤਾਂ ਕਿ ਉਹਨਾਂ ਦੇ ਕੇਸ ਜਿਹੜੇ ਹੈਗੇ ਆ ਉਹ ਕੋਰਟਾਂ 'ਤੇ ਲੋਡ ਬਹੁਤ ਆ ਤੇ ਕੋਰਟਾਂ ਵਿੱਚੋਂ ਹਟਾਏ ਜਾਣ। ਉਹਨਾਂ ਨੇ ਕਿਹਾ ਵੀ ਸਿਰਫ ਉਹ ਬੰਦਿਆਂ ਨੂੰ ਪੀਡੀ ਨਹੀਂ ਮਿਲੂਗੀ ਜਿਹੜੇ ਜਾਂ ਤਾਂ ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ ਨੇ, ਜਾਂ ਥ੍ਰੈਟ ਟੂ ਪਬਲਿਕ ਸਿਕਿਉਰਿਟੀ ਨੇ, ਤੇ ਜਾਂ ਜਿਹੜੇ ਹੈਗੇ ਥ੍ਰੈਟ ਟੂ ਬਾਰਡਰ ਸਿਕਿਉਰਿਟੀ ਨੇ। ਸੋ ਇਹ 3 ਕਿਸਮ ਦੇ ਬੰਦਿਆਂ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਪੀਡੀ ਜਿਹੜੀ ਆ ਉਹ ਮਿਲੇਗੀ। ਤੇ ਪੀਡੀ ਦਾ ਮਤਲਬ ਹੈ ਵੀ ਕੇਸ ਹੋਲਡ 'ਤੇ ਪਾ ਦਿੰਦੇ ਆ, ਤੇ ਉਨੀ ਦੇਰ ਤੱਕ ਜਿਹੜਾ ਹੈਗਾ ਉਹ ਕੇਸ ਪੈਂਡਿੰਗ ਰਹਿੰਦਾ, ਤੇ ਜ਼ਿਆਦਾ ਬੰਦਿਆਂ ਨੂੰ ਵਰਕ ਪਰਮਿਟ ਮਿਲੀ ਜਾਂਦੇ ਆ। ਪਰ ਜਿਹਨੂੰ ਕਦੇ ਵਰਕ ਪਰਮਿਟ ਨਹੀਂ ਮਿਲਿਆ, ਉਹਨੇ ਜੇ ਪੀਡੀ ਲਈ ਆ ਉਹਨੂੰ ਵਰਕ ਪਰਮਿਟ ਨਹੀਂ ਮਿਲੇਗਾ। ਸੋ ਇਹ ਹੁਣ ਜਿਹੜੀ ਪੀਡੀ ਹੈਗੀ ਆ ਇਹਨੂੰ ਤਕਰੀਬਨ ਆਫਰ ਕਰਨ ਲੱਗੇ ਸਾਰਿਆਂ ਨੂੰ। ਜਿਹੜੇ ਇਮੀਗ੍ਰੇਸ਼ਨ 'ਚ ਕੋਰਟ ਚੱਲਦੇ ਆ ਉਹ ਹਰੇਕ ਨੂੰ ਹੀ ਤਕਰੀਬਨ ਗੌਰਮੈਂਟ ਕਹਿੰਦੀ ਆ ਵੀ ਪੀਡੀ ਲੈ ਲਓ ਜਾਂ ਕੇਸ ਡਿਸਮਿਸ ਕਰ ਦਿੰਦੇ ਆ। ਤੇ ਈਵਨ ਸਰਕਟ ਕੋਰਟਾਂ ਦੇ ਵਿੱਚ ਵੀ ਜਿਨ੍ਹਾਂ ਦੇ ਕੇਸ ਚੱਲਦੇ ਆ ਉਹਨਾਂ ਨੂੰ ਵੀ ਪੀਡੀ ਦੀ ਆਫਰ ਆਉਂਦੀ ਆ। ਜਿਹੜੇ ਸਰਕਾਰੀ ਵਕੀਲ ਹੈਗੇ ਆ ਉਹ ਈਮੇਲ ਕਰਦੇ ਆ, ਸਾਨੂੰ ਬਹੁਤ ਈਮੇਲਾਂ ਆਉਂਦੀਆਂ ਉਹਨਾਂ ਦੀਆਂ ਅੱਡ-ਅੱਡ ਕੇਸਾਂ ਦੇ ਵਿੱਚ ਕਿ ਤੁਸੀਂ ਦੱਸੋ ਵੀ ਪੀਡੀ ਲੈਣੀ ਆ। ਤੇ ਇਹ ਹੁਣ ਡਿਸਾਈਡ ਕਰਨਾ ਹੁੰਦਾ ਕਲਾਇੰਟ ਨੇ ਜਿਹਦਾ ਕੇਸ ਚੱਲਦਾ, ਕਿ ਕੀ ਉਹਨੇ ਪੀਡੀ ਲੈਣੀ ਹੈ ਕਿ ਕੇਸ ਆਪਣਾ ਅੱਗੇ ਫਾਰਵਰਡ ਤੋਰਨਾ, ਜਾਂ ਉਹਦੇ ਵਕੀਲ ਨੇ। ਤੇ ਇਹ ਇੱਕ ਬੜੀ ਇੰਪੋਰਟੈਂਟ ਜਿਹੜੀ ਆ ਇਹ ਖਬਰ ਹੈਗੀ ਆ, ਤੇ ਜਿਹੜੀ ਕਿ ਹੁਣ ਇਹਨਾਂ ਨੇ ਬਹੁਤ ਜ਼ਿਆਦਾ ਉਹਨੂੰ ਸਰਕਾਰ ਜਿਹੜੀ ਆ ਇਸ ਗੱਲ ਨੂੰ ਇਨਫੋਰਸ ਕਰ ਰਹੀ ਆ, ਤੇ ਇਹਨੂੰ ਉਹ ਲਾਗੂ ਜਿਹੜਾ ਹੈਗਾ ਉਹ ਕੀਤਾ ਹੋਇਆ। ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਹੈਗੀ ਵੀਜ਼ਾ ਬੁਲੇਟਿਨ ਦੀ। ਮਈ ਦਾ ਵੀਜ਼ਾ ਬੁਲੇਟਿਨ ਆਇਆ ਤੇ ਨੰਬਰਸ ਮੂਵ ਹੋਏ ਨੇ। ਇਹਨਾਂ ਵਿੱਚ ਤੁਸੀਂ ਦੇਖੋ ਵੀ ਜਿਹੜੀ F4 ਕੈਟੇਗਰੀ ਆ ਉਹ ਹੁਣ ਚੱਲ ਰਿਹਾ ਜੀ 22 ਫਰਵਰੀ 2006, F3 ਚੱਲ ਰਿਹਾ 22 ਅਗਸਤ 2009, F2B ਚੱਲ ਰਿਹਾ ਜੀ 22 ਸਤੰਬਰ 2016, F2A ਕਰੰਟ, F1 ਚੱਲ ਰਿਹਾ 15 ਮਈ 2016। ਸੋ ਕੈਟੇਗਰੀਜ਼ ਮੂਵ ਹੋਈਆਂ, ਅੱਗੇ ਵਧਿਆ ਕੰਮ, ਇਹ ਚੰਗੀ ਗੱਲ ਆ। ਉਨੀ ਸਪੀਡ ਨਾਲ ਤਾਂ ਨਹੀਂ ਵਧਿਆ ਜਿੰਨੀ ਸਾਨੂੰ ਉਮੀਦ ਸੀ, ਪਰ ਫਿਰ ਵੀ ਚਲੋ ਅੱਗੇ ਵਧਿਆ। ਜਿਹੜੀ F4 ਕੈਟੇਗਰੀ ਭੈਣਾਂ ਭਰਾਵਾਂ ਵਾਲੀ ਆ ਉਹ ਹੁਣ 22 ਫਰਵਰੀ 2006 ਆ ਗਿਆ ਇੰਡੀਆ ਦਾ। ਜਿਹੜੀ F3 ਕੈਟੇਗਰੀ ਆ ਕਿ ਮੈਰਿਡ ਬੱਚੇ US ਸਿਟੀਜ਼ਨ ਦੇ, ਉਹ 22 ਅਗਸਤ 2009 ਆ। F2B ਹੈਗੀ ਆ ਗ੍ਰੀਨ ਕਾਰਡ ਹੋਲਡਰ ਦੇ ਅਨਮੈਰਿਡ ਬੱਚੇ, ਉਹ ਹੈਗੀ ਆ 22 ਸਤੰਬਰ 2016। ਤੇ ਜਿਹੜੇ ਇਹ ਤੇ ਜਿਹੜੇ ਪੇਪਰ ਹੈਗੇ ਆ ਉਹ ਮੰਗ ਰਹੀ ਆ ਸਰਕਾਰ। ਤੇ ਜਿਹੜੇ ਹੁਣ ਉੱਥੇ ਐਕਚੁਅਲ ਪ੍ਰੋਸੈਸਿੰਗ ਹੋ ਰਹੀ ਆ, ਜਿਹਦੇ 'ਤੇ ਕਿ ਹੁਣ ਵੀਜ਼ੇ ਉੱਥੇ ਇਸ਼ੂ ਹੋ ਰਹੇ ਨੇ, ਉਹ ਹੈਗੀ ਆ ਜੀ F4 ਦੇ ਵਿੱਚ 15 ਸਤੰਬਰ 2005। ਸੋ ਥੋੜ੍ਹਾ ਜਿਹਾ ਮੂਵ ਹੋਇਆ। F3 'ਚ ਹੈਗੀ ਆ 22 ਨਵੰਬਰ 2008, F2B 'ਚ ਹੈਗੀ ਆ 22 ਸਤੰਬਰ 2015, ਤੇ F1 'ਚ ਹੈਗੀ ਆ 1 ਦਸੰਬਰ 2014। ਸੋ ਜਿਹੜੇ ਪੇਪਰ ਮੰਗਣੇ ਸ਼ੁਰੂ ਕੀਤੇ ਨੇ ਉਹ ਡੇਟਾ ਮੈਂ ਪਹਿਲਾਂ ਦੱਸ ਕੇ ਹਟਿਆ ਤੁਹਾਨੂੰ, ਕਿ ਉਹਦੇ ਵਿੱਚ ਜਿਹੜੇ ਹੁਣ NBC ਵਾਲੇ ਕਿਉਂਕਿ 6 ਮਹੀਨੇ ਪਹਿਲਾਂ ਪੇਪਰ ਮੰਗ ਲੈਂਦੇ ਨੇ, ਉਹ ਹੁਣ ਫਰਵਰੀ 'ਤੇ ਪਹੁੰਚ ਗਏ, ਜਨਵਰੀ ਤੋਂ ਬਾਅਦ। ਤੇ ਉਹ 22 ਫਰਵਰੀ 2006 F4 ਦੇ ਵਿੱਚ, ਤੇ F3 ਦੇ ਵਿੱਚ 22 ਅਗਸਤ 2009, F2B ਦੇ ਵਿੱਚ 22 ਸਤੰਬਰ 2016, ਤੇ F1 'ਚ ਹੈਗੇ ਜੀ 15 ਮਈ 2016। ਤੇ ਜਿਹੜਾ ਐਕਚੁਅਲੀ ਵੀਜ਼ੇ ਇਸ਼ੂ ਕਰ ਰਹੇ ਨੇ ਉਹ ਹੈਗਾ ਜੀ F4 ਦੇ ਵਿੱਚ 15 ਸਤੰਬਰ 2005, F3 ਦੇ ਵਿੱਚ 22 ਨਵੰਬਰ 2008, F2B ਦੇ ਵਿੱਚ 22 ਸਤੰਬਰ 2015, F2A ਕਰੰਟ ਹੈ, ਤੇ F1 'ਚ ਹੈਗਾ 1 ਦਸੰਬਰ 2014। ਸੋ ਇਹਨਾਂ ਡੇਟਾਂ ਨੂੰ ਹੁਣ ਵੀਜ਼ੇ ਜਿਹੜੇ ਨੇ ਉਹ ਮਿਲ ਰਹੇ ਨੇ, ਪ੍ਰੋਸੈਸਿੰਗ ਉਹਨਾਂ ਦੀ ਜਿਹੜੀ ਆ ਉਹ ਹੋ ਰਹੀ ਆ। ਥੋੜ੍ਹਾ ਚੱਲਿਆ ਜੇ, ਜ਼ਿਆਦਾ ਨਹੀਂ, ਪਰ ਥੋੜ੍ਹਾ ਜਿਹਾ ਅੱਗੇ ਨਾਲੋਂ ਮੂਵਮੈਂਟ ਜਿਹੜੀ ਆ ਹੋਈ ਆ। ਜਿੰਨੀ ਸਾਨੂੰ ਉਮੀਦ ਸੀ ਕਿ ਉਨੀ ਮੂਵਮੈਂਟ ਤਾਂ ਨਹੀਂ ਹੋਈ। ਬਾਕੀ ਜਿਹੜੀ ਕੰਡੀਸ਼ਨ ਹੁਣ ਬਾਰਡਰ ਦੀ ਹੈਗੀ ਆ ਉਹ ਇਹ ਆ ਕਿ ਬੰਦਿਆਂ ਨੂੰ ਛੱਡ ਰਹੇ ਨੇ, ਰਿਲੀਜ਼ ਕਰ ਰਹੇ ਆ, ਲੇਕਿਨ ਜਿਹੜੇ ਨਵੇਂ ਬੰਦੇ ਆ ਰਹੇ ਉਹਨਾਂ ਨੂੰ ਜਿਹੜੀਆਂ ਫਾਈਨਲ ਡੇਟਾਂ ਬਹੁਤ ਜਲਦੀ ਮਿਲ ਰਹੀਆਂ। ਜੇ ਕਿਸੇ ਦੀ ਮਾਸਟਰ ਡੇਟ ਹੋ ਜਾਂਦੀ ਆ, ਉਹਨੂੰ ਤਕਰੀਬਨ 2 ਤੋਂ 3 ਮਹੀਨੇ ਦੇ ਵਿੱਚ ਫਾਈਨਲ ਡੇਟ ਜਿਹੜੀ ਇੰਡੀਵਿਜੂਅਲ ਡੇਟ ਆ ਉਹ ਮਿਲ ਜਾਂਦੀ ਆ।
क्योंकि सरकार की नीति आ भी जिन्नी छेती भी हो सके ये केस ਜਿਹੜੇ ਹੈਗੇ ਫਿਨਿਸ਼ ਕੀਤੇ ਜਾਣ। ਜੂਨ ਤੋਂ ਬਾਅਦ ਹੋਰ ਚੇਂਜਸ ਆਉਣਗੀਆਂ, ਉਹਦੇ ਵਿੱਚ ਇਹਨਾਂ ਦੀ ਕੋਸ਼ਿਸ਼ ਹੋਊਗੀ ਵੀ 4 ਮਹੀਨੇ ਦੇ ਵਿੱਚ ਹੀ ਕੇਸ ਜਿਹੜਾ ਹੈਗਾ ਨਿਬੜਿਆ ਜਾਵੇ। ਸਾਡੀਆਂ ਪਿੱਛੇ 6 ਫਾਈਨਲ ਡੇਟਾਂ ਸੀਗੀਆਂ ਅਤੇ 6 ਵਿੱਚੋਂ 5 ਕੇਸ ਜਿਹੜੇ ਆ ਉਹ ਪਾਸ ਹੋਏ ਆ ਕੋਰਟਾਂ 'ਚ। 2 ਸਾਡੇ ਕੇਸ ਅਸੈਲਮ ਆਫਿਸ ਵੀ ਪਾਸ ਹੋਏ ਆ, ਉੱਥੇ ਵੀ ਹੁਣ ਸ਼ੁਰੂ ਕਰਤੇ ਪਾਸ ਕਰਨੇ ਇਹਨਾਂ ਨੇ, ਉੱਥੇ ਵੀ 2 ਹੋਏ ਆ। ਸੋ ਇਹ ਸੀ ਇੰਪੋਰਟੈਂਟ ਖਬਰਾਂ। ਅਤੇ ਇਹਦੇ ਨਾਲ ਨਾਲ ਹੁਣ ਸਮਾਂ ਹੋ ਗਿਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ ਜੀ। ਪਹਿਲਾ ਸਵਾਲ ਹੈ ਜੀ ਆਪਣਾ, ਉਹ ਇਹ ਕਹਿ ਰਹੇ ਆ ਕਿ ਸਾਨੂੰ ਇਹ ਦੱਸੋ ਕਿ ਜੀ ਜਿਹੜੀ F4 ਦੀ ਪ੍ਰੋਬਲਮ ਹੈ ਕਦੋਂ ਹੱਲ ਹੋਏਗੀ। ਬਹੁਤ ਸਲੋ ਹੈ, ਵਾਕਈ ਬੜਾ ਸਲੋ ਹੈ ਜੀ। ਹੁਣ ਬਹੁਤ ਜਿਹੜੇ ਥੋੜ੍ਹੇ ਦਿਨ ਜਿਹੜੇ ਮੂਵ ਹੋਏ ਆ, ਜੋ ਕਿ ਸਾਨੂੰ ਉਮੀਦ ਆ ਨਹੀਂ ਹੋ ਰਹੀ, ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਮਿਲ ਰਹੇ ਹਾਂ ਲੀਡਰਾਂ ਨੂੰ। ਹੁਣ ਦੇਖੋ ਕਿੱਦਾਂ ਇਹ ਹੋਏਗੀ। ਅਗਲਾ ਸਵਾਲ ਹੈ ਜੀ ਕਿ ਇਹ ਸਾਨੂੰ ਦੱਸੋ ਕਿ ਜਿਹੜੇ ਵਰਕ ਪਰਮਿਟ ਆ ਉਹਨਾਂ ਦੀ ਕੀ ਹੁਣ ਨਵੀਂ ਖਬਰ ਆਈ ਅਪਡੇਟ ਆ। ਉਹ ਮੈਂ ਦੱਸ ਚੁੱਕਾ ਜੀ ਕਿ ਉਹ ਖਬਰ ਜਿਹੜੀ ਉਹ ਇਹ ਹੈਗੀ ਆ ਕਿ ਇਹਨਾਂ ਨੇ 540 ਦਿਨ ਦੀ ਐਕਸਟੈਂਸ਼ਨ ਦੇਤੀ ਆ 180 ਦੀ ਬਜਾਏ। ਸੋ ਹੁਣ 1.5 ਸਾਲ ਵਾਸਤੇ ਜਿਹੜਾ ਹੈਗਾ ਵਰਕ ਪਰਮਿਟ ਤੱਕ ਨਵਾਂ ਨਹੀਂ ਆਉਂਦਾ, ਉਹਨੂੰ ਐਕਸਟੈਂਡ ਕਰ ਦਿੱਤਾ ਗਿਆ ਅਤੇ ਜੂਨ ਤੋਂ ਬਾਅਦ ਇਹ 'ਚ ਹੋਰ ਵੀ ਚੇਂਜਸ ਆਉਣਗੀਆਂ। ਅਗਲਾ ਸਵਾਲ ਹੈ ਜੀ ਕਿ ਮੇਰਾ ਅਸਾਈਲਮ ਕੇਸ 2013 ਟਰਮੀਨੇਟ ਹੋ ਗਿਆ ਸੀਗਾ ਅਤੇ ਮੈਨੂੰ ਕੋਈ ਲੈਟਰ ਉਸ ਤੋਂ ਬਾਅਦ ਨਹੀਂ ਆਈ, ਮੈਂ ਹੁਣ ਕੀ ਕਰਾਂ। ਇਹ ਤਾਂ ਲੈਟਰ ਤੁਹਾਡੇ ਵਕੀਲ ਨੂੰ ਆਉਣੀ ਸੀ, ਜਾਂ ਉਹ ਤੁਹਾਨੂੰ ਦੇ ਸਕਦਾ, ਜਾਂ ਫਿਰ ਤੁਸੀਂ ਕੋਰਟ 'ਚੋਂ ਕਢਾ ਸਕਦੇ ਹੋ। ਉਹ ਮਤਲਬ ਫੋਇਆ ਪਾ ਕੇ ਉੱਥੋਂ ਕਢਾਈ ਜਾ ਸਕਦੀ ਆ, ਅਤੇ ਇਹਦਾ ਇਹੀ ਤਰੀਕਾ ਜੀ। ਅਗਲਾ ਸਵਾਲ ਹੈ ਜੀ ਕਿ ਮੇਰੇ ਫਾਦਰ ਨੇ ਅਪਲਾਈ ਕੀਤਾ ਜੀ 2016 'ਚ ਵੀਜ਼ੇ ਲਈ ਮੇਰੇ, ਅਤੇ ਇਹਨੂੰ ਕਿੰਨਾ ਟਾਈਮ ਲੱਗੇਗਾ, ਮੈਂ ਅਨਮੈਰਿਡ ਹੈਗਾ। ਮੈਂ ਦੱਸ ਕੇ ਹਟਿਆ ਜੀ ਕਿ ਜਿਹੜਾ ਮਈ ਦਾ ਵੀਜ਼ਾ ਬੁਲੇਟਿਨ ਆ ਇਹਦੇ ਵਿੱਚ ਜਿਹੜੀਆਂ ਹੁਣ ਡੇਟ ਚੱਲ ਰਹੀ ਆ, ਜੇ ਤੁਸੀਂ ਅਨਮੈਰਿਡ ਹੈਗੇ ਹੋ, ਗ੍ਰੀਨ ਕਾਰਡ ਹੋਲਡਰ ਤੁਹਾਡੇ ਫਾਦਰ ਨੇ, ਅਤੇ ਉੱਥੇ ਤਰੀਕ ਚੱਲ ਰਹੀ ਆ ਜੀ ਹੁਣ 22 ਸਤੰਬਰ 2015 ਉਹਨਾਂ ਨੂੰ ਵੀਜ਼ੇ ਮਿਲ ਰਹੇ ਨੇ। ਜਿਹੜੇ ਡਾਕੂਮੈਂਟ ਲੈ ਰਹੇ ਨੇ ਉਹ ਹੁਣ ਕਰਤੇ ਇਹਨਾਂ ਨੇ 22 ਸਤੰਬਰ 2016 ਤੱਕ। ਸੋ ਇਸ ਕਰਕੇ ਤੁਹਾਨੂੰ ਵੇਟ ਕਰਨੀ ਪੈਣੀ ਹੈ। ਜੇ ਤੁਹਾਡਾ ਕੇਸ ਉਸ ਤੋਂ ਪਹਿਲਾਂ ਦਾ, ਫਿਰ ਤੁਹਾਨੂੰ ਵੀਜ਼ਾ ਮਿਲ ਜਾਏਗਾ। ਅਗਲਾ ਸਵਾਲ ਹੈ ਜੀ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ, ਮੈਂ ਆਪਣੇ ਬੱਚੇ ਲਈ ਅਪਲਾਈ ਕੀਤਾ ਤਾਂ 20 ਸਾਲ ਦਾ ਸੀ, ਅਤੇ ਹੁਣ ਉਹ 21 ਸਾਲ ਦਾ ਹੋ ਗਿਆ, ਅਤੇ ਉਹ ਕੇਸ NVC 'ਚ ਹੀ ਹੈ, ਅਤੇ ਇਹਦਾ ਕੀ ਹੱਲ ਹੋਏਗਾ। ਦੇਖੋ ਇਸ ਤਰ੍ਹਾਂ ਵੀ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਕਰਦਾ ਸਰਟਨ ਹਾਲਾਤਾਂ ਦੇ ਵਿੱਚ, ਪਰ ਇਹ ਪੂਰੀ ਸਿਚੁਏਸ਼ਨ ਦੇਖਣੀ ਪੈਣੀ ਆ ਵੀ ਉਹ ਕਵਰ ਕਰੇਗਾ ਕਿ ਨਹੀਂ ਕਰੇਗਾ, ਅਤੇ ਜੇ ਉਹ ਕਵਰ ਕਰੇਗਾ ਤਾਂ ਫਿਰ ਉਹ ਆ ਸਕੇਗਾ। ਅਗਲਾ ਸਵਾਲ ਹੈ ਜੀ, ਮੈਂ USA ਆਇਆ ਕ੍ਰੋਸ ਕਰਕੇ ਬਾਰਡਰ 2015 'ਚ, ਅਸਾਈਲਮ ਕੇਸ ਡਿਨਾਈ ਹੋ ਗਿਆ 17 'ਚ, ਅਤੇ 17 ਤੋਂ ਮੈਨੂੰ ਰਿਮੂਵਲ ਲੱਗੀ ਹੋਈ ਆ। ਮੈਂ ਆਪਣਾ ਕੇਸ ਰੀਓਪਨ ਕਰਾਉਣਾ ਚਾਹੁੰਦਾ, ਹੋ ਸਕਦਾ। ਇਹ ਡਿਪੈਂਡ ਕਰੂਗੀ ਜੀ ਸਿਚੁਏਸ਼ਨ ਜਿਹੜੀ ਆ ਉਹ ਕੀ ਆ। ਰਿਨਿਊ ਤੁਹਾਡੀ ਫਾਈਲ ਦੇਖ ਕੇ ਪਤਾ ਲੱਗ ਸਕਦਾ ਕਿ ਜਿਹੜੀ ਡੈਪੋਟੇਸ਼ਨ ਲੱਗੀ ਕਿਹੜੇ ਗਰਾਊਂਡ 'ਤੇ ਲੱਗੀ ਆ, ਕਿਉਂ ਡਿਨਾਈ ਹੋਇਆ, ਕੀ ਤੁਸੀਂ ਕੋਈ ਅਪੀਲ ਕੀਤੀ ਨਹੀਂ ਕੀਤੀ। ਸੋ ਸਾਰੀ ਜਿਹੜੀ ਤੁਹਾਡੀ ਫਾਈਲ ਦੇਖ ਕੇ ਸਟੱਡੀ ਕਰਕੇ ਫਿਰ ਤੁਹਾਨੂੰ ਦੱਸ ਸਕਾਂਗੇ ਕਿ ਰੀਓਪਨ ਹੋ ਸਕਦਾ ਕਿ ਨਹੀਂ, ਕਿਉਂਕਿ ਸਾਰੇ ਕੇਸ ਰੀਓਪਨ ਨਹੀਂ ਹੋ ਸਕਦੇ, ਕਈ ਹੋ ਜਾਂਦੇ ਆ। ਇਹ ਫਿਰ ਜਿਹੜੀ ਸਿਚੁਏਸ਼ਨ ਦੱਸੇਗੀ ਵੀ ਕੀ ਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜਾ ਹੁਣ ਅਸਾਈਲਮ ਕੇਸ ਜਿਹੜੇ ਹੈਗੇ ਆ ਉਹ ਕਿੰਨੇ ਕੁ ਪਾਸ ਹੋ ਰਹੇ ਆ। ਪਾਸ ਹੋ ਰਹੇ ਆ ਜੀ, ਕੇਸ 'ਤੇ ਡਿਪੈਂਡ ਕਰਦਾ ਕਿੱਦਾਂ ਦਾ। ਜਿਹੜੇ ਨਵੇਂ ਬੰਦੇ ਆ ਰਹੇ ਉਹਨਾਂ ਨੂੰ ਡੇਟਾਂ ਬੜੀਆਂ ਫਾਸਟ ਮਿਲ ਰਹੀਆਂ ਨੇ। ਜਦੋਂ ਮਾਸਟਰ ਡੇਟ ਆ ਜਾਂਦੀ ਹੈ, ਫਾਈਨਲ ਡੇਟ ਜਿਹੜੀ ਇੰਡੀਵਿਜੂਅਲ ਹੈਗੀ ਆ ਉਹ ਵਿਦਿਨ 3 ਮੰਥਸ ਦੇ ਦਿੰਦੇ ਆ, ਅਤੇ ਪਾਸ ਹੋਏ ਨੇ। ਅਤੇ ਸਾਡੇ ਜਿਵੇਂ ਮੈਂ ਦੱਸ ਕੇ ਹਟਿਆ ਵੀ ਹੁਣ ਕੇਸ ਪਾਸ ਹੋਏ ਆ। ਹੁਣ ਬਲਕਿ ਖੁਸ਼ੀ ਦੀ ਗੱਲ ਇੱਕ ਇਹ ਵੀ ਨਾਲ ਹੈਗੀ ਵੀ ਅਸਾਈਲਮ ਆਫਿਸ ਵੀ ਕਈ ਪਾਸ ਹੋਣ ਲੱਗ ਗਏ। ਪਹਿਲਾਂ ਅਸਾਈਲਮ ਆਫਿਸ ਘੱਟ ਹੁੰਦੇ ਸੀ, ਪਰ ਹੁਣ ਅਸਾਈਲਮ ਆਫਿਸ ਦੇ ਵਿੱਚ ਵੀ ਸਾਡੇ ਕੇਸ ਹੋਏ ਆ, ਉੱਥੇ ਵੀ ਹੋਣ ਲੱਗ ਗਏ। ਪਰ ਹਰੇਕ ਕੇਸ 'ਤੇ ਡਿਪੈਂਡ ਕਰਦਾ। ਇਹ ਆਪਾਂ ਜਨਰਲ ਜਿਹੜਾ ਹੈਗਾ ਉਹ ਨਹੀਂ ਕਹਿ ਸਕਦੇ ਵੀ ਹਰੇਕ ਦਾ ਹੀ ਪਾਸ ਹੋ ਜਾਊਗਾ ਜਾਂ ਹਰੇਕ ਦਾ ਫੇਲ ਹੋ ਜਾਊਗਾ। ਹਰੇਕ ਕੇਸ 'ਤੇ ਡਿਪੈਂਡ ਕਰਦਾ ਕਿੱਦਾਂ ਦਾ। ਅਗਲਾ ਸਵਾਲ ਹੈ ਜੀ ਕਿ F3 ਕੈਟਾਗਰੀ 'ਚ 2009 ਦੇ ਵਿੱਚ ਸਾਡੇ ਡਾਕੂਮੈਂਟ ਅਪਲਾਈ ਕੀਤਾ ਸੀ, ਡਾਕੂਮੈਂਟ ਕੁਆਲੀਫਾਈ ਕਦੋਂ ਹੋਣਗੇ। ਸੋ F3  'ਚ ਅਜੇ ਚੱਲ ਰਿਹਾ ਜੀ 2008 ਤੋਂ 22 ਨਵੰਬਰ 2008 ਚੱਲ ਰਿਹਾ ਜੀ, ਅਤੇ ਪੇਪਰ ਮੰਗ ਰਹੇ ਨੇ ਉਹ 22 ਅਗਸਤ 2009 ਦੇ। ਸੋ ਜੇ ਤੁਹਾਡਾ 9 'ਚ ਹੈਗਾ, ਤੁਹਾਡੀ ਵਾਰੀ ਆਉਣ ਵਾਲੀ ਆ, ਤੁਹਾਡੇ ਕੋਲੋਂ ਡਾਕੂਮੈਂਟ ਉਹ ਹੁਣ ਮੰਗਣਗੇ ਜੀ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੇਰੇ ਭਰਾ ਨੇ ਅਪਲਾਈ ਕੀਤਾ ਜੀ ਸਾਡੇ ਲਈ, ਅਤੇ ਡਾਕੂਮੈਂਟ ਜਿਹੜੇ ਹੈਗੇ ਆ ਉਹ ਸਾਰੇ ਰਿਵਿਊ ਹੋ ਗਏ ਸੀ, ਅਤੇ ਉਸ ਤੋਂ ਬਾਅਦ ਡਾਕੂਮੈਂਟ ਕੁਆਲੀਫਾਈ ਕਦੋਂ ਹੋਣਗੇ। ਇਹ ਤਾਂ ਜਦੋਂ ਤੁਸੀਂ ਸਾਰੇ ਡਾਕੂਮੈਂਟ ਭੇਜ ਦਿੰਦੇ ਆ NVC ਨੂੰ, ਉਸ ਤੋਂ ਬਾਅਦ ਉਹ ਕੁਆਲੀਫਾਈ ਕਰਦੇ ਆ। ਸੋ ਇਹ ਡਿਪੈਂਡ ਕਰੇਗਾ ਉਹਨਾਂ ਦੇ ਉੱਤੇ ਵੀ ਕੀ ਜੋ ਉਹਨੇ ਮੰਗਿਆ ਉਹ ਸਾਰੇ ਡਾਕੂਮੈਂਟ ਮਿਲ ਗਏ। ਜੇ ਸਾਰੇ ਮਿਲ ਗਏ ਆ ਤਾਂ ਉਹ ਇਹਨੂੰ ਜਿਹੜਾ ਕੁਆਲੀਫਾਈ ਕਰ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿੰਦੇ ਨੇ ਕਿ ਜੇ US ਸਿਟੀਜ਼ਨ ਦੇ ਨਾਲ ਵਿਆਹ ਕਰਵਾ ਕੇ ਕਿੰਨਾ ਟਾਈਮ ਲੱਗਦਾ, ਇਹਦੇ ਬਾਰੇ ਦੱਸੋ। ਜਦੋਂ ਕੋਈ US ਸਿਟੀਜ਼ਨ ਨਾਲ ਵਿਆਹ ਕਰਾਉਂਦਾ ਜੀ ਤਾਂ ਉਹਨੂੰ ਅੱਜ ਕੱਲ੍ਹ ਸਾਲ ਤੋਂ 1.5 ਸਾਲ ਲੱਗ ਰਿਹਾ,
ਤੇ ਹੁਣ ਦੇਖਦੇ ਹਾਂ ਜੂਨ ਤੋਂ ਬਾਅਦ ਕੀ ਚੇਂਜਸ ਆਉਂਦੀਆਂ। ਕਿਹਾ ਹੈਗਾ ਗੌਰਮੈਂਟ ਨੇ ਵੀ ਜੂਨ ਤੋਂ ਬਾਅਦ ਇਹੋ ਜਿਹੇ ਕੇਸਾਂ ਦੀ ਫਾਸਟ ਪ੍ਰੋਸੈਸਿੰਗ ਹੋਏਗੀ, ਤੇ ਕਿੰਨੀ ਕੁ ਤੇਜ਼ ਹੁੰਦੀ ਹੈ ਪਤਾ ਲੱਗੇਗਾ। ਸਾਲ ਤੋਂ 1.5 ਸਾਲ ਦਾ ਪ੍ਰੋਸੀਜਰ ਘੱਟੋ ਘੱਟ ਹੈਗਾ ਹੀ ਹੈ ਜੀ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ ਸਾਡੇ 2005 ਦੇ ਵਿੱਚ ਕੇਸ ਸਾਡੀ ਹੈਗੀ ਹੈ ਪ੍ਰਾਇਓਰਟੀ, ਤੇ ਪੇਪਰ ਜਮ੍ਹਾਂ 20 'ਚ ਹੋ ਗਏ ਸੀਗੇ, ਤੇ ਅਜੇ ਤੱਕ ਕੋਈ ਇੰਟਰਵਿਊ ਡੇਟ ਨਹੀਂ ਆਈ। ਇਹ ਇੰਟਰਵਿਊ ਡੇਟਾ ਵਿੱਚ ਨੂੰ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਪਿੱਛੇ ਮਹਾਮਾਰੀ ਆ ਗਈ ਉਹਦੇ ਕਰਕੇ ਫਿਰ ਉਹ ਬੈਨ ਲੱਗ ਗਿਆ ਸੀਗਾ, ਉਹ ਬੈਨ ਹੁਣ ਖੁੱਲ੍ਹ ਗਿਆ, ਤੇ ਉਹਦੇ ਕਰਕੇ ਡਿਲੇ ਹੈਗੀ ਆ। ਹੁਣ ਦੇਖਦੇ ਹਾਂ ਡੇਟ, ਪਰ ਇੰਨਾ ਜ਼ਿਆਦਾ ਮੂਵ ਨਹੀਂ ਹੋਇਆ, ਤੇ ਜੇ ਮੂਵ ਹੋ ਜਾਵੇ ਤਾਂ ਡੇਟਾਂ ਆਉਣੀਆਂ ਸ਼ੁਰੂ ਹੋਣਗੀਆਂ। ਪਰ ਕਈਆਂ ਦੀਆਂ ਆ ਰਹੀਆਂ ਨੇ, ਪਰ ਮੈਨੂੰ ਜਾਣਕਾਰੀ ਅਜੇ ਤੱਕ 2005 ਮਾਰਚ ਅਪ੍ਰੈਲ ਵਾਲਿਆਂ ਦੀਆਂ ਵੀ ਡੇਟਾਂ ਕਈਆਂ ਦੀਆਂ ਨਹੀਂ ਆਈਆਂ। ਤੇ ਪਰ ਇਹ ਆ ਵੀ ਹੁਣ ਇਹਨਾਂ ਨੇ ਜਿਹੜੀ ਡਾਕੂਮੈਂਟੇਸ਼ਨ ਮੰਗਣੀ ਸ਼ੁਰੂ ਕਰਤੀ, ਉਹ ਥੋੜ੍ਹਾ ਅੱਗੇ ਵਧਾਤਾ, ਪਰ ਬਹੁਤ ਸਲੋ ਆ ਜੇ ਵੀ, ਇਹ ਹੋਰ ਫਾਸਟ ਹੋਣਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ 'ਚ 15 ਸਤੰਬਰ 2006 'ਚ ਅਪਲਾਈ ਕੀਤਾ ਸੀ, ਅਪਰੂਵਲ ਸਾਡੀ 15 ਮਾਰਚ 2021 'ਚ ਆਈ ਆ, ਤੇ ਇਹਨੂੰ ਹੁਣ ਹੋਰ ਕਿੰਨਾ ਟਾਈਮ ਲੱਗੂਗਾ। ਤੇ ਸਾਡੀ ਬੱਚੇ ਦੀ ਏਜ 22 ਸਾਲ ਤੋਂ ਉੱਤੇ ਹੋਊਗੀ। ਬੱਚੇ ਦੀ ਉਮਰ 22 ਸਾਲ ਤੋਂ ਉੱਪਰ ਹੋਊਗੀ, ਉਹ ਕਵਰ ਹੋਣਾ ਚਾਹੀਦਾ, ਕਿਉਂਕਿ ਇਹਦੇ ਜਿਹੜੀ ਤੁਸੀਂ ਅਪਲਾਈ ਕੀਤਾ, ਜਿਹੜੀ ਅਪਰੂਵਲ ਆਈ ਉਹਦੇ ਵਿੱਚ ਕਾਫੀ ਸਾਲਾਂ ਦਾ ਫਰਕ ਆ, 15 ਸਾਲਾਂ ਦਾ। ਉਹ ਟਾਈਮ ਉਹਨੂੰ ਗ੍ਰੇਸ ਪੀਰੀਅਡ ਮਿਲੂਗਾ, ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਥੱਲੇ ਉਹ ਕਵਰ ਜ਼ਰੂਰ ਹੋਊਗਾ। ਪਰ ਹੁਣ ਅੱਗੇ ਕਿੰਨਾ ਟਾਈਮ ਲੱਗੂ ਇਹ ਕਹਿ ਨਹੀਂ ਸਕਦੇ, ਕਿਉਂਕਿ ਅਜੇ ਤਾਂ 2005 ਜਿਹੜਾ ਫਰਵਰੀ ਮਾਰਚ ਵਾਲੇ ਵੀ ਰਹਿੰਦੇ ਆ, ਤੇ ਤੁਹਾਡਾ 6 ਦਾ ਕੇਸ ਆ, ਤੇ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਕਿੰਨਾ ਟਾਈਮ ਲੱਗੂ, ਪਰ ਬੱਚਾ ਕਵਰ ਇਹਦੇ 'ਚ ਹੋਣਾ ਚਾਹੀਦਾ ਜੀ। ਅਗਲਾ ਸਵਾਲ ਹੈ ਜੀ ਕਿ ਜੇ ਕਿਸੇ ਦੀ ਅਪੀਲ ਪੈਂਡਿੰਗ ਆ ਤੁਹਾਨੂੰ ਪੀਡੀ ਮਿਲ ਸਕਦੀ ਹੈ। ਮੈਂ ਦੱਸ ਕੇ ਹਟਿਆ ਜੀ ਕਿ ਜਿਹੜਾ ਪੀਡੀ ਦਾ ਰੂਲ ਆ ਉਹ ਨਵਾਂ ਮੈਮੋ ਜਾਰੀ ਹੋਇਆ, ਉਹਦੇ ਵਿੱਚ ਗੌਰਮੈਂਟ ਇਹ ਚਾਹੁੰਦੀ ਆ ਵੀ ਜਿੰਨੇ ਵੀ ਨਾਨ ਪ੍ਰਾਇਓਰਟੀ ਕੇਸਿਸ ਨੇ ਉਹ ਸਾਰਿਆਂ ਨੂੰ ਪੀਡੀ ਦਿੱਤੀ ਜਾਵੇ, ਡਿਸਮਿਸ ਕੀਤੇ ਜਾਣ ਜਾਂ ਹੋਲਡ 'ਤੇ ਪਾਏ ਜਾਣ। ਅਪੀਲਾਂ ਦੇ ਵਿੱਚ ਜਿਹਨਾਂ ਦੇ ਸਰਕਟ ਕੋਰਟ 'ਚ ਕੇਸ ਚੱਲਦੇ ਆ ਉਹਦੇ ਵਿੱਚ ਵੀ ਪੀਡੀ ਮਿਲ ਰਹੀ ਆ, ਜਿਹੜੇ ਇਮੀਗ੍ਰੇਸ਼ਨ ਜੱਜ ਅੱਗੇ ਚੱਲ ਰਹੇ ਆ ਉਹਨਾਂ 'ਚ ਵੀ ਪੀਡੀ ਮਿਲ ਰਹੀ ਆ। ਤੇ ਇਸ ਤਰ੍ਹਾਂ ਅਪੀਲਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਪੀਡੀ ਦੇ ਵਾਸਤੇ ਆਫਰ ਕਰਦੇ ਨੇ। ਤੇ ਜੇ ਅਸੀਂ ਬਾਕੀ ਕੇਸ 'ਤੇ ਡਿਪੈਂਡ ਕਰਦਾ, ਕਲਾਇੰਟ 'ਤੇ ਡਿਪੈਂਡ ਕਰਦਾ ਸਾਡੇ 'ਤੇ ਵੀ ਉਹ ਕੀ ਚਾਹੁੰਦਾ, ਪੀਡੀ ਲੈਣੀ ਚਾਹੁੰਦਾ ਕਿ ਨਹੀਂ, ਤੇ ਇੱਦਾਂ ਆਫਰ ਜਿਹੜੀ ਹੋ ਰਹੀ ਆ। ਅਗਲਾ ਸਵਾਲ ਹੈ ਜੀ ਕਿ ਸਾਡੇ ਬੇਟੇ ਨੇ ਅਕਤੂਬਰ 21 ਸਾਡਾ ਗ੍ਰੀਨ ਕਾਰਡ ਅਪਲਾਈ ਕੀਤਾ ਸੀ, ਸਾਡੇ ਫਿੰਗਰਪ੍ਰਿੰਟ ਵੀ ਹੋ ਗਏ ਸੀ, ਤੇ ਅਜੇ ਤੱਕ ਕੁਝ ਨਹੀਂ ਆਇਆ। ਵੇਟ ਕਰਨੀ ਪੈਣੀ ਹੈ ਜੀ ਇਹਨੂੰ। ਅੱਜ ਕੱਲ੍ਹ ਤਕਰੀਬਨ ਜੇ ਅਕਤੂਬਰ 21 'ਚ ਕੀਤਾ 1.5 ਤੋਂ 2 ਸਾਲ ਲੱਗ ਰਹੇ ਆ। ਸੋ ਬਾਕੀ ਤੁਸੀਂ ਪਤਾ ਕਰ ਸਕਦੇ ਹੋ ਇਮੀਗ੍ਰੇਸ਼ਨ ਨੂੰ ਕਾਲ ਕਰਕੇ ਜਾਂ ਉਹਨਾਂ ਨੂੰ ਚਿੱਠੀ ਲਿਖ ਕੇ, ਤੇ ਡਿਲੇ ਹੈਗੀ ਆ। ਅਗਲਾ ਸਵਾਲ ਹੈ ਜੀ ਕਿ ਗ੍ਰੈਂਡ ਮਦਰ ਨੇ 2010 'ਚ ਪੇਪਰ ਅਪਲਾਈ ਕੀਤੇ ਸੀ, ਅਸੀਂ ਏਜ ਆਊਟ ਹੋ ਗਏ ਆ, ਤੇ ਕੋਈ ਇਹਦਾ ਹੱਲ। ਇਹ ਡਿਪੈਂਡ ਕਰੂਗਾ ਜੀ ਉਹਨਾਂ ਨੇ, ਜੇ ਤੁਹਾਡਾ ਹੁਣ F3 ਕੈਟੇਗਰੀ 'ਚ ਅਪਲਾਈ ਕੀਤਾ ਲੱਗਦਾ ਗ੍ਰੈਂਡ ਮਦਰ ਨੇ, ਤੁਹਾਡੇ ਪੇਰੈਂਟਸ ਜਿਹੜਾ ਤੁਸੀਂ ਨਾਲ ਹੋ, ਤੇ ਏਜ ਆਊਟ ਹੋ ਗਏ, ਜੇ ਤਾਂ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਕਰ ਗਿਆ ਫਿਰ ਤਾਂ ਠੀਕ ਹੈ, ਨਹੀਂ ਕੀਤਾ ਤਾਂ ਫਿਰ ਤੁਸੀਂ ਏਜ ਆਊਟ ਹੋ ਜਾਓਗੇ। ਇੱਕ ਹੋਰ ਸਵਾਲ ਆ, ਉਹ ਕਹਿੰਦੇ ਜੀ F3 ਤੇ F4 ਬਾਰੇ ਵੀ ਤੁਸੀਂ ਲੀਡਰਾਂ ਕੋਲ ਮੁੱਦਾ ਚੁੱਕੋ। ਹਾਂਜੀ ਅਸੀਂ ਚੁੱਕਦੇ ਹਾਂ ਜੀ, ਸਾਡੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ, ਤੇ ਆਹ ਵਰਕ ਪਰਮਿਟ ਵਾਲਾ ਮਸਲਾ ਅਸੀਂ ਬੜੇ ਜ਼ੋਰ ਸ਼ੋਰ ਨਾਲ ਚੁੱਕਿਆ, ਤੇ ਇਹਦਾ ਚਲੋ ਹੱਲ ਹੋ ਗਿਆ, ਕਿਉਂਕਿ ਇਹ ਚਾਹੁੰਦੇ ਸੀ ਵੀ ਇਹਦਾ ਟਾਈਮ ਘਟੇ, ਤੇ ਬਾਕੀ ਐਕਸਟੈਂਸ਼ਨ ਜਿਹੜੀ ਆ ਘੱਟੋ ਘੱਟ ਉਹ ਸਾਲ ਦੀ ਮਿਲੇ, ਉਹਨਾਂ 1.5 ਸਾਲ ਦੀ ਕਰਤੀ। ਇਹ ਵੀ ਚੁੱਕ ਰਹੇ ਆ F3 ਤੇ F4 ਕੈਟੇਗਰੀ ਦਾ ਵੀ। ਅਗਲਾ ਸਵਾਲ ਹੈ ਜੀ ਕਿ F3 ਨੂੰ ਕਿੰਨਾ ਟਾਈਮ ਲੱਗਦਾ। F3 ਨੂੰ ਮੈਂ ਦੱਸ ਕੇ ਹਟਿਆ ਜੀ, ਉੱਥੇ ਚੱਲ ਰਿਹਾ 22 ਨਵੰਬਰ 2008, ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਟਾਈਮ ਲੱਗਦਾ, ਤੇ ਉੱਥੋਂ ਗਿਣ ਲਓ ਜਿਹੜਾ ਅੱਜ ਅਪਲਾਈ ਕਰੂਗਾ ਉਹਨੂੰ ਕਿੰਨਾ ਟਾਈਮ ਲੱਗੂਗਾ। ਅਗਲਾ ਸਵਾਲ ਹੈ ਜੀ ਕਿ ਇੱਕ ਇਹ ਦੱਸੋ ਕਿ ਮੇਰਾ ਡਿਵੋਰਸ ਹੋ ਗਿਆ ਸੀ, ਤੇ ਮੇਰੀ ਉਸ ਤੋਂ ਬਾਅਦ ਮੈਂ ਮੈਰਿਜ ਕਰ ਲਈ। ਮੇਰੇ ਫਾਦਰ ਨੇ 2010 'ਚ ਮੇਰਾ ਪਹਿਲੀ ਵਾਈਫ ਦੇ ਨਾਲ ਕੇਸ ਲਾਇਆ ਸੀ, ਤੇ ਹੁਣ ਇਹ 'ਚ ਕੀ ਕਰਨਾ ਪਏਗਾ। ਤੁਹਾਨੂੰ ਉਹਨਾਂ ਨੂੰ ਦੱਸਣਾ ਪਏਗਾ ਜੀ ਕਿ ਮੇਰਾ ਉਹਦੇ ਨਾਲ ਡਿਵੋਰਸ ਹੋ ਗਿਆ, ਤੁਹਾਨੂੰ ਡਿਵੋਰਸ ਦੇ ਪੇਪਰ ਭੇਜਣੇ ਪੈਣੇ ਆ, ਉਹਨੂੰ ਉਹ ਕੇਸ 'ਚੋਂ ਕਢਾਉਣਾ ਪੈਣਾ, ਤੇ ਨਵੀਂ ਵਾਈਫ ਨੂੰ ਇਸ ਕੇਸ ਦੇ ਵਿੱਚ ਐਂਟਰ ਕਰਨਾ ਪੈਣਾ, ਆਪਣਾ ਨਵਾਂ ਮੈਰਿਜ ਸਰਟੀਫਿਕੇਟ, ਉਹਦਾ ਬਰਥ ਸਰਟੀਫਿਕੇਟ, ਡਿਵੋਰਸ ਦੇ ਪੇਪਰ ਸਾਰੇ ਇਮੀਗ੍ਰੇਸ਼ਨ ਨੂੰ ਭੇਜੋ, ਤੇ ਉਹ ਐਡ ਕਰ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਮੇਰੇ ਕੋਲ ਇਟਾਲੀਅਨ ਪਾਸਪੋਰਟ ਆ, ਤੇ ਜੇ ਮੈਂ ਅਮਰੀਕਾ ਆਵਾਂ PR ਹੋ ਸਕਦੀ ਹੈ। ਇਹੋ ਜਿਹਾ ਕੋਈ ਤਰੀਕਾ ਨਹੀਂ ਜੀ ਇੱਥੇ PR ਹੋਣ ਦਾ। ਇੱਥੇ ਇਸ ਕਿਸਮ ਦਾ ਜੇ ਕਿਸੇ ਹੋਰ ਕੰਟਰੀ ਦਾ ਪਾਸਪੋਰਟ ਤੁਹਾਡੇ ਕੋਲ ਹੈਗਾ, ਤੁਸੀਂ ਇੱਥੇ ਆ ਸਕਦੇ ਹੋ, ਘੁੰਮ ਫਿਰ ਸਕਦੇ ਹੋ, ਪਰ ਪੱਕੇ ਹੋਣ ਦਾ ਇੱਥੇ ਇੱਦਾਂ ਦਾ ਕੋਈ ਤਰੀਕਾ ਨਹੀਂ ਹੈਗਾ ਇਟਸੈਲਫ। ਕੁਛ ਕੈਟੇਗਰੀਜ਼ ਹੈਗੀਆਂ, ਜਿਵੇਂ EB5 ਕੈਟੇਗਰੀ ਹੈਗੀ ਆ ਇਨਵੈਸਟਰ ਦੀ, ਉਹਦੇ ਵਿੱਚ ਕਰ ਸਕਦੇ ਹੋ, ਜਾਂ ਕਈ ਲੋਕ US ਸਿਟੀਜ਼ਨ ਨਾਲ ਵਿਆਹ ਕਰਾ ਲੈਂਦੇ ਆ, ਪਰ ਆਹ ਤਰੀਕਾ ਕੋਈ ਨਹੀਂ ਹੈਗਾ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ 'ਚ ਬੱਚੇ ਕਿੰਨੀ ਉਮਰ ਤੱਕ ਆ ਸਕਦੇ ਆ। ਬੱਚਿਆਂ ਦੀ ਲਿਮਿਟ ਤਾਂ 21 ਸਾਲ ਦੀ ਹੈ ਜੀ, ਪਰ ਜੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਕਰ ਜੇ ਤਾਂ ਉਹਦੇ 'ਚ 21 ਸਾਲ ਤੋਂ ਉੱਪਰ ਵੀ ਆ ਜਾਂਦੇ ਆ। ਉਹਦੀ ਇੱਕ ਕੈਲਕੂਲੇਸ਼ਨ ਹੁੰਦੀ ਹੈ। ਕੈਲਕੂਲੇਸ਼ਨ ਇਹ ਆ ਕਿ ਤੁਹਾਨੂੰ ਇਹ ਦੇਖਣਾ ਪੈਂਦਾ ਵੀ ਅਪਲਾਈ ਕਦੋਂ ਹੋਇਆ, ਫਿਰ ਅਪਰੂਵਲ ਕਦੋਂ ਆਈ, ਉਹ ਟਾਈਮ ਕੱਢਣਾ ਪੈਂਦਾ ਜਦੋਂ ਪ੍ਰਾਇਓਰਟੀ ਡੇਟ ਆ ਗਈ ਬੱਚੇ ਦੀ ਉਮਰ 'ਚੋਂ।
ਹੁਣ ਜਿਵੇਂ ਪਿੱਛੇ ਮੈਂ ਸਵਾਲ ਦਾ ਜਵਾਬ ਦੇ ਕੇ ਹਟਿਆ ਵੀ ਉਹ ਕਹਿੰਦੇ ਸੀ 2006 'ਚ ਅਪਲਾਈ ਕੀਤਾ, ਅਪਰੂਵਲ 21 'ਚ ਆਈ ਆ, ਤਾਂ 15 ਸਾਲ ਦਾ ਟਾਈਮ ਉਹਨਾਂ ਨੂੰ ਮਿਲ ਗਿਆ। ਉਹਦੇ ਵਿੱਚ ਜੇ ਬੱਚੇ ਦੀ ਉਮਰ 4-5 ਸਾਲ ਵੀ ਉੱਪਰ ਹੋ ਜਾਂਦੀ ਹੈ ਉਹ ਕਵਰ ਹੋ ਜਾਏਗਾ। ਸੋ ਜੇ ਉਹ ਟਾਈਮ ਦੇ ਵਿੱਚ ਨੂੰ ਜ਼ਿਆਦਾ ਟਾਈਮ ਲੱਗ ਰਿਹਾ ਤਾਂ ਬੱਚਾ ਉਹਦੇ 'ਚ ਕਵਰ ਹੋਣ ਦੀ ਉਮੀਦ ਆ। ਉਹ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਜੇ ਕਵਰ ਕਰੇਗਾ ਤਾਂ ਹੀ ਹੋ ਸਕਦਾ। ਇਹੀ ਇੱਕ ਜਿਹੜਾ ਹੈਗਾ ਤਰੀਕਾ ਆ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ 'ਚ ਅਪਰੂਵਲ 2007 'ਚ ਆਈ ਸੀ ਅਤੇ ਅਜੇ ਤੱਕ ਹੋਰ ਕੀ ਕਰਨਾ? ਅਜੇ ਤਾਂ ਤੁਹਾਨੂੰ ਵੇਟ ਕਰਨਾ ਪੈਣਾ ਜੀ ਕਿਉਂਕਿ ਅਜੇ ਤਾਂ 2005 ਚੱਲ ਰਿਹਾ ਉੱਥੇ। ਹੁਣ ਜਿਹੜੀਆਂ ਕੈਟੇਗਰੀਆਂ ਬਾਰੇ ਮੈਂ ਇੱਕ ਵਾਰੀ ਫੇਰ ਦੱਸਦਾ ਕਿ ਜਿਹੜੀ F4 ਕੈਟੇਗਰੀ ਚੱਲ ਰਿਹਾ ਮਈ ਦੇ ਵੀਜ਼ਾ ਬੁਲੇਟਿਨ ਮੁਤਾਬਕ 15 ਸਤੰਬਰ 2005, F3 ਚੱਲ ਰਿਹਾ 22 ਨਵੰਬਰ 2008, F2B ਚੱਲ ਰਿਹਾ ਜੀ 22 ਸਤੰਬਰ 2015, F2A ਕਰੰਟ ਹੈ ਅਤੇ F1 ਚੱਲ ਰਿਹਾ 1 ਦਸੰਬਰ 2014। ਅਤੇ ਜਿਹੜੇ ਡਾਕੂਮੈਂਟ ਮੰਗ ਰਹੇ ਨੇ ਉਹ ਮੰਗ ਰਿਹਾ ਜੀ F4 ਕੈਟੇਗਰੀ 'ਚ 22 ਫਰਵਰੀ 2006, F3 'ਚ 22 ਅਗਸਤ 2009, F2B 'ਚ 22 ਸਤੰਬਰ 2016, F2A ਕਰੰਟ ਹੈ ਅਤੇ F1 'ਚ 15 ਮਈ 2016। ਸੋ ਇਹਨਾਂ ਡੇਟਾਂ ਦੇ ਡਾਕੂਮੈਂਟ ਮੰਗੇ ਜਾ ਰਹੇ ਨੇ। ਪਰ ਜਿਹੜੀਆਂ ਇੰਟਰਵਿਊਜ਼ ਹੋ ਰਹੀਆਂ ਅੰਬੈਸੀ ਦੇ ਵਿੱਚ ਉਹ ਡੇਟਾਂ ਹੈਗੀਆਂ ਜੀ F4 ਜਿਵੇਂ ਦੱਸ ਕੇ ਹਟਿਆ ਮੈਂ 15 ਸਤੰਬਰ 2005, F3 'ਚ 22 ਨਵੰਬਰ 2008, F2B 'ਚ 22 ਸਤੰਬਰ 2015, F2A ਕਰੰਟ ਹੈ ਅਤੇ F1 'ਚ 1 ਦਸੰਬਰ 2014। ਕਾਫੀ ਸਲੋ ਹੈ ਜੀ ਅਤੇ ਜਿੰਨੀ ਉਮੀਦ ਸੀ ਉਸ ਹਿਸਾਬ ਨਾਲ ਕਾਫੀ ਸਲੋ ਆ। ਅਤੇ ਅਗਲਾ ਸਵਾਲ ਹੈ ਜੀ ਕਿ ਮੈਂ ਦਸੰਬਰ ਵਿੱਚ ਰਿਲੀਜ਼ ਹੋਇਆ ਸੀ, ਮੇਰੀ ਇੰਟਰਵਿਊ ਵੀ ਹੋਈ ਪਰ ਬਹੁਤ ਕੁਝ ਦੱਸਿਆ ਅਤੇ ਪਰੋਲ 'ਤੇ ਛੱਡਤਾ, ਬਾਹਰ ਆ ਕੇ ਹੁਣ ਕੇਸ ਵੀ ਨਹੀਂ ਲੱਗ ਰਿਹਾ। ਇਹ ਡਿਪੈਂਡ ਕਰੂਗਾ ਜੀ ਵੀ ਤੁਹਾਡੇ ਬਿਆਨ ਪਾਸ ਹੋਇਆ ਕਿ ਫੇਲ ਹੋਇਆ। ਜੇ ਤੁਹਾਡੇ ਬਿਆਨ ਫੇਲ ਹੋ ਗਏ ਫਿਰ ਤੁਸੀਂ ਅਸਾਈਲਮ ਨਹੀਂ ਅਪਲਾਈ ਕਰ ਸਕਦੇ। ਜੇ ਤੁਹਾਡੇ ਬਿਆਨ ਪਾਸ ਹੋਏ ਆ ਅੰਦਰ ਤਾਂ ਫਿਰ ਤੁਸੀਂ ਪੋਲੀਟੀਕਲ ਅਸਾਈਲਮ ਦਾ ਕੇਸ ਲਾ ਸਕਦੇ ਹੋ। ਉਹ ਲਾਉਣ ਲਈ ਤੁਹਾਡੇ ਕੋਲ 1 ਸਾਲ ਦਾ ਟਾਈਮ ਹੁੰਦਾ। ਜਿੰਨਾ ਜਲਦੀ ਲੱਗੂਗਾ ਉਹਦਾ ਫਿਰ ਜਿਹੜਾ ਵਰਕ ਪਰਮਿਟ ਦਾ ਟਾਈਮ ਸ਼ੁਰੂ ਹੋ ਜਾਊਗਾ। 180 ਦਿਨ ਬਾਅਦ ਤੁਹਾਨੂੰ ਵਰਕ ਪਰਮਿਟ ਜਿਹੜਾ ਉਹ ਤੁਸੀਂ ਕੁਆਲੀਫਾਈ ਕਰ ਜਾਂਦੇ ਹੋ ASAP ਦੀ ਮੈਂਬਰਸ਼ਿਪ ਲੈ ਕੇ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਅਗਰ ਕਿਸੇ ਬੰਦੇ ਨੂੰ ਬੌਂਡ ਪੈ ਜਾਂਦਾ ਅਤੇ ਬੌਂਡ 'ਤੇ ਬਾਹਰ ਆ ਜਾਂਦਾ ਅਤੇ ਉਹਦੀ ਜਿਹੜੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹ ਰੱਖਣੀਆਂ ਪੈਂਦੀਆਂ ਜਾਂ ਕਿਸ ਤਰ੍ਹਾਂ? ਦੇਖੋ ਇਸ ਤਰ੍ਹਾਂ ਆ ਵੀ ਬੌਂਡ ਜਿਹੜਾ ਹੈਗਾ ਉਹ ਹੋ ਜਾਂਦਾ। ਉਹ ਬੌਂਡ ਜਦੋਂ ਬੰਦੇ ਨੂੰ ਛੱਡਦੇ ਆ ਉਹਦੀ ਸਰਟਨ ਕੰਡੀਸ਼ਨਸ ਹੁੰਦੀਆਂ ਨੇ ਜਿਹੜੀਆਂ ਕੰਡੀਸ਼ਨਾਂ 'ਤੇ ਉਹ ਬੌਂਡ ਦਾ ਜਿਹੜਾ ਹੈਗਾ ਉਹ 'ਤੇ ਛੱਡਦੇ ਆ। ਸੋ ਜੇ ਉਹ ਕੰਡੀਸ਼ਨਾਂ ਪੂਰੀਆਂ ਕਰਦਾ ਤਾਂ ਬਾਹਰ ਆ ਕੇ ਇੱਥੇ ਰਹਿ ਸਕਦਾ, ਕੋਈ ਪ੍ਰੋਬਲਮ ਨਹੀਂ। ਅਤੇ ਅਟੈਂਡੈਂਸ ਵਗੈਰਾ ਦਾ ਉਹਨਾਂ ਦਾ ਹੁੰਦਾ ਵੀ ਆਈ ਸਾਰਿਆਂ ਕੋਲ ਅਟੈਂਡੈਂਸ ਲਵਾਓ, ਕੋਰਟ ਦੀਆਂ ਡੇਟਾਂ 'ਤੇ ਜਾਓ। ਜੇ ਉੱਥੇ ਅਟੈਂਡੈਂਸ ਪ੍ਰੋਪਰ ਲਵਾਉਂਦਾ, ਕੋਰਟ ਦੀਆਂ ਡੇਟਾਂ 'ਤੇ ਜਾਂਦਾ ਤਾਂ ਉਹਦਾ ਕੋਈ ਫਰਕ ਨਹੀਂ ਪੈਂਦਾ। ਅਗਲਾ ਸਵਾਲ ਹੈ ਜੀ ਕਿ F4 ਵੀਜ਼ੇ ਦੇ ਚਾਈਲਡ ਜਿਹੜਾ ਏਜ ਆਊਟ ਹੋ ਗਿਆ ਉਹਨੂੰ ਉਹਦੇ ਪੇਰੈਂਟ ਗ੍ਰੀਨ ਕਾਰਡ 'ਤੇ ਅਪਲਾਈ ਕਰ ਸਕਦੇ? ਹਾਂਜੀ ਕਰ ਸਕਦੇ ਆ। ਜੇ ਉਹ ਕੈਟੇਗਰੀ 'ਤੇ ਕੋਈ ਵੀ ਹੋ ਜਾਵੇ ਤਾਂ ਉਹ ਪੇਰੈਂਟ I-130 ਪਟੀਸ਼ਨ ਕਰ ਸਕਦੇ ਆ ਕੇ ਐਜ਼ ਏ ਗ੍ਰੀਨ ਕਾਰਡ ਹੋਲਡਰ। ਜੇ ਬੱਚਾ ਅਨਮੈਰਿਡ ਆ ਅਤੇ 21 ਸਾਲ ਤੋਂ ਉੱਪਰ ਆ, ਉਹ ਜਿਹੜੇ ਹੈਗੇ ਆ ਫਾਦਰ ਜਾਂ ਮਦਰ ਕੋਈ ਵੀ ਉਹਦੀ ਪਟੀਸ਼ਨ ਜਿਹੜੀ ਆ ਉਹ ਕਰ ਸਕਦਾ, ਕੋਈ ਪ੍ਰੋਬਲਮ ਨਹੀਂ ਆ। ਅਗਲਾ ਸਵਾਲ ਹੈ ਜੀ ਕਿ ਸਾਡਾ ਜਨਵਰੀ 2006 ਦਾ F4 ਦਾ ਕੇਸ ਆ ਪਰ ਸਾਨੂੰ ਜਿਹੜਾ ਵੈਲਕਮ ਲੈਟਰ ਨਹੀਂ ਆਈ, ਦੱਸੋ? ਵੈਲਕਮ ਲੈਟਰ ਨਹੀਂ ਆਈ ਤਾਂ ਇਹਦੇ ਬਾਰੇ ਤਾਂ ਬੇਸਿਕਲੀ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ ਅਤੇ ਆਏਗੀ ਕਿਉਂਕਿ ਹੁਣ ਉਹ ਮਤਲਬ ਜਨਵਰੀ 'ਤੇ ਪਹੁੰਚ ਗਏ ਆ, ਬਲਕਿ ਫਰਵਰੀ ਮਤਲਬ ਸ਼ੋਅ ਕਰ ਰਿਹਾ ਵੀ ਉੱਥੇ ਵੈਲਕਮ ਲੈਟਰ ਭੇਜ ਰਹੇ ਆ। ਜਾਂ ਫਿਰ ਤੁਸੀਂ ਇਨਕੁਆਇਰੀ ਕਰ ਸਕਦੇ ਹੋ, ਉਹਨਾਂ ਨੂੰ ਈਮੇਲ ਕਰੋ। ਜੇ ਕੋਈ ਵਕੀਲ ਹੈਗਾ ਤਾਂ ਉਹਨੂੰ ਕਹੋ ਵੀ ਉਹ ਈਮੇਲ ਕਰੇ, ਉੱਥੋਂ ਪਤਾ ਕਰੇ। ਸੋ ਇੱਦਾਂ ਤੁਸੀਂ ਪਤਾ ਕਰਕੇ ਉਹ ਕਰ ਸਕਦੇ ਹੋ ਅਤੇ ਇਨਕੁਆਇਰੀ ਜਿਹੜਾ ਉਹ ਲੈਟਰ ਤੁਹਾਨੂੰ ਮਿਲਣਾ ਚਾਹੀਦਾ। ਅਤੇ ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੇਰੀ ਵਾਈਫ ਜਿਹੜੀ ਆ US ਸਿਟੀਜ਼ਨ ਆ, ਉਹਨਾਂ ਨੇ ਸਤੰਬਰ 21 ਦੇ ਵਿੱਚ ਸਪਾਊਸ ਵੀਜ਼ਾ ਅਪਲਾਈ ਕੀਤਾ ਸੀ ਪਰ ਅਜੇ ਤੱਕ ਕੋਈ ਅਪਰੂਵਲ ਨਹੀਂ ਮਿਲੀ ਅਤੇ ਕਿੰਨਾ ਟਾਈਮ ਹੋਰ ਲੱਗ ਸਕਦਾ? ਇਹਨੂੰ ਟਾਈਮ ਲੱਗੂਗਾ ਜੀ। ਜੇ ਸਤੰਬਰ 21 'ਚ ਕੀਤਾ ਇਹਨੂੰ 1.5 ਤੋਂ 2 ਸਾਲ ਲੱਗ ਰਹੇ ਆ ਅਤੇ ਬਾਕੀ ਪੈਰਵੀ ਕਰਨੀ ਚਾਹੀਦੀ। ਤੁਸੀਂ ਪਤਾ ਵੀ ਕਰ ਸਕਦੇ ਹੋ ਉਹਨਾਂ ਕੋਲੋਂ, ਪਰ ਸਲੋ ਇਮੀਗ੍ਰੇਸ਼ਨ ਰਹੀ ਆ ਤਾਂ ਉਹ ਕਹਿ ਰਹੇ ਆ ਵੀ ਜੂਨ ਤੋਂ ਬਾਅਦ ਤੇਜ਼ੀ ਆਊਗੀ। ਹੁਣ ਦੇਖਾਂਗੇ ਕਿੰਨੀ ਕੁ ਤੇਜ਼ੀ ਆਉਂਦੀ ਆ। ਅਤੇ ਇਹ ਸੀ ਜੀ ਤੁਹਾਡੇ ਸਵਾਲ ਅਤੇ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ। ਇਹਦੇ ਨਾਲ ਹੀ ਹੁਣ ਅਗਲੇ ਹਫ਼ਤੇ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।